ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ। ਦੂਸਰੀਆਂ ਪਾਰਟੀਆਂ देखो मैं कहा भी ਜਿਹੜੀਆਂ ਸਾਰੀਆਂ ਪਾਰਟੀਆਂ ਲੋਕਾਂ ਨੂੰ ਖਰੀਦ ਰਹੀਆਂ ਨੇ। ਕੀ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਦਲਾਅ ਦੇ ਪਾਊਗਾ? ਦੇਖੋ ਅਸੀਂ ਕੋਈ ਐਡੀ ਕਾਹਲ 'ਚ ਨਹੀਂ। ਤੁਸੀਂ ਵਿੱਤ ਮੰਤਰੀ ਰਹੇ ਹੋ, ਕੀ ਖਜ਼ਾਨਾ ਖਾਲੀ ਹੈ? ਦੇਖੋ ਸੂਬੇ ਦਾ ਆਰਥਿਕ ਤੌਰ ਤੇ ਬੁਰਾ ਹਾਲ ਹੈ, ਇਸ 'ਚ ਕੋਈ ਦੋ ਰਾਏ ਨਹੀਂ। ਕਾਲ ਮੈਂ ਸੁੱਖੀ ਮੰਘਾਣੀਆਂ, ਤੁਸੀਂ ਵੇਖ ਰਹੇ ਹੋ ਸਰਲੇਖ। 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ। ਅੱਜ ਬੁਢਲਾਡਾ ਵਿਧਾਨ ਸਭਾ ਹਲਕਾ ਦੇ ਅਧੀਨ ਪੈਂਦਾ ਪਿੰਡ ਸੈਦੇਵਾਲਾ, ਜਿੱਥੇ ਕਾਲਾ ਬਾਬਾ ਜੀ ਨੇ ਪਿਛਲੇ ਲੰਮੇ ਸਮੇਂ ਤੋਂ ਬੜੇ ਗਰੀਬ ਘਰ ਦੇ ਵਿੱਚੋਂ ਆਪਣੇ ਆਪ ਨੂੰ ਸਮਾਜ ਸੇਵਾ ਦੇ ਸਪੁਰਦ ਹੁੰਦੇ ਹੋਇਆਂ ਲੋਕਾਂ ਨੇ ਉਹਨਾਂ ਨੂੰ ਮਨਾ ਮੂੰਹੀ ਪਿਆਰ ਦਿੱਤਾ ਕਿ ਉਹਨਾਂ ਨੂੰ ਸਰਪੰਚੀ ਤੱਕ ਲੋਕਾਂ ਨੇ ਬੜੇ ਮਾਣ ਸਨਮਾਨ ਨਾਲ ਜਿਤਾਈ। ਅੱਜ ਸੈਦੇਵਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਜੀ ਸਾਬਕਾ ਵਿੱਤ ਮੰਤਰੀ, ਸਾਬਕਾ ਕੈਬਨਿਟ ਮਿਨਿਸਟਰ ਰਹੇ ਨੇ, ਉਹਨਾਂ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ। ਸਵਾਗਤ ਹੈ ਜੀ ਤੁਹਾਡਾ ਸਰਲੇਖ ਤੇ। ਧੰਨਵਾਦ ਜੀ, ਮਿਹਰਬਾਨੀ। ਪਰਮਿੰਦਰ ਜੀ, 2022 ਦੀ ਅਸੀਂ ਸਾਰਾ ਲੈਕਚਰ ਸੁਣਿਆ ਤੁਹਾਡਾ, ਸਾਰਿਆਂ ਨੂੰ ਸੁਣਿਆ। ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ। ਦੂਸਰੀਆਂ ਪਾਰਟੀਆਂ ਨੂੰ ਦੇਖੋ ਮੈਂ ਕਿਹਾ ਵੀ ਜਿਹੜੀਆਂ ਸਾਰੀਆਂ ਪਾਰਟੀਆਂ ਲੋਕਾਂ ਨੂੰ ਖਰੀਦ ਰਹੀਆਂ ਨੇ। ਮੈਂ ਕੋਈ ਉੱਥੇ ਸ਼੍ਰੋਮਣੀ ਅਕਾਲੀ ਦਲ ਨਹੀਂ। ਸਾਡੇ ਜਿਹੜੇ ਸਿਧਾਂਤਕ ਮਤਭੇਦ ਸੀ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਸੀ, ਉਹ ਅਸੀਂ ਮੁੱਦਾ ਰੱਖਿਆ। ਤੇ ਦੂਜਾ ਜਿਹੜੇ ਪੰਜਾਬ ਦੇ ਭਵਿੱਖ ਲਈ ਕੀ ਹੋਣਾ ਚਾਹੀਦਾ ਉਹ ਗੱਲ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੋਣਾ, ਸਾਰੀ ਅਸੀਂ ਗੱਲ ਕੀਤੀ ਹੈ, ਜਿਹਦੇ ਵਿੱਚ ਜਿਹੜੀਆਂ ਵੀ ਪਾਰਟੀਆਂ ਜਿਹੜੇ ਝੂਠੇ ਵਾਅਦੇ ਕਰਕੇ ਲੋਕਾਂ ਦੀ ਵੋਟਾਂ ਖਰੀਦਣ ਦੀ ਕੋਸ਼ਿਸ਼ ਕਰ ਰਹੀਆਂ, ਸਾਰਿਆਂ ਨੂੰ ਹੀ ਅਸੀਂ ਟਾਰਗੇਟ ਕੀਤਾ। ਪੂਰਾ ਪੰਜਾਬ 2017 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਦੇਖ ਲਿਆ ਸੀ ਕਿ ਤੀਜਾ ਸ਼ਾਇਦ ਬਦਲਾਅ ਨਿਕਲ ਕੇ ਆਊਗਾ, ਪਰ ਉਹ ਸੰਭਵ ਨਹੀਂ ਹੋ ਸਕਿਆ। ਇਸ ਵਾਰ ਵੀ ਕੋਈ ਲੱਗਦਾ ਨਹੀਂ। ਕੀ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਦਲਾਅ ਦੇ ਪਾਊਗਾ? ਦੇਖੋ ਅਸੀਂ ਕੋਈ ਐਡੀ ਕਾਹਲ 'ਚ ਨਹੀਂ ਵੀ ਰਾਤੋਂ ਰਾਤ ਕੋਈ ਅਸੀਂ ਇਕੱਲੇ ਕੁਝ ਕਰ ਸਕਦੇ ਹਾਂ, ਪਰ ਅਸੀਂ ਇੱਕ ਵਿਚਾਰਧਾਰਾ ਸੋਚ ਲੈ ਕੇ ਚੱਲੇ ਹਾਂ। ਤੇ ਮੈਂ ਮਹਿਸੂਸ ਕਰਦਾ ਵੀ ਜਿਹੜੇ ਸਮੇਂ ਸਾਨੂੰ ਹਜੇ 1.5 ਸਾਲ ਹੋਇਆ ਪਾਰਟੀ ਬਣੀ ਨੂੰ, ਇਸ 1.5 ਸਾਲ ਦੇ ਵਿੱਚ ਸਾਡੇ ਨਾਲ ਜਿਸ ਰੂਪ 'ਚ ਲੋਕ ਜੁੜੇ ਨੇ ਜਾਂ ਅਕਾਲੀ ਵਿਚਾਰਧਾਰਾ ਸੋਚ ਰੱਖਣ ਵਾਲੇ ਲੋਕ ਜਿਹੜੇ ਸਾਡੇ ਨਾਲ ਸ਼ਾਮਲ ਹੋਏ ਨੇ, ਸਾਨੂੰ ਇਹ ਪੂਰਾ ਭਰੋਸਾ ਵੀ ਹੌਲੀ ਹੌਲੀ ਅਸੀਂ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਇੱਕ ਬਦਲ ਬਣ ਕੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਭਰੋਸਾ ਜਿੱਤਣ ਵੱਲ ਅਸੀਂ ਤੁਰੇ ਹਾਂ। ਤੇ ਗੁਰੂ ਮਹਾਰਾਜ ਕਿਰਪਾ ਕਰਨਗੇ, ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਮਜ਼ਬੂਤ ਹੋ ਕੇ ਪੰਜਾਬ ਦੀ ਸੇਵਾ ਕਰਨ ਦੇ ਵੀ ਯੋਗ ਹੋਏਗਾ। ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਕਿ ਅਸੀਂ 2000 ਦੇ ਦਾਂਗੇ, ਆਮ ਆਦਮੀ ਪਾਰਟੀ ਕਰੀ ਅਸੀਂ 1000 ਦੇ ਦਾਂਗੇ। ਵੱਡੀਆਂ ਦਾਅਵੇ ਵਾਅਦੇ ਕੀਤੇ ਜਾ ਰਹੇ ਨੇ, ਵੱਡੇ ਲਾਰੇ ਜਿਹੜੇ ਪਹਿਲਾਂ ਵੀ ਸਾਬਤ ਹੋਏ ਨੇ, ਹੁਣ ਵੀ ਵੱਡੇ ਦਾਅਵੇ ਕੀਤੇ ਜਾ ਰਹੇ ਨੇ। ਸੰਯੁਕਤ ਅਕਾਲੀ ਦਲ ਉਹਨਾਂ ਨੂੰ ਵੱਖਰਾ ਕੀ ਕਰ ਰਿਹਾ? ਦੇਖੋ ਅਸੀਂ ਤਾਂ ਲੋਕਾਂ ਨੂੰ ਸਮਰਥ ਬਣਾਉਣਾ ਹੈ, ਆਪਦਾ ਵਧੀਆ ਪਾਲਣ ਪੋਸ਼ਣ ਆਪਦੇ ਪਰਿਵਾਰ ਦਾ ਕਰ ਸਕਣ ਦੇ ਯੋਗ ਬਣਾਉਣਾ ਹੈ ਲੋਕਾਂ ਨੂੰ। ਲੋਕਾਂ ਦੀ ਮਿਹਨਤ ਦਾ ਉਹਨਾਂ ਨੂੰ ਮੁੱਲ ਮਿਲੇ ਅਤੇ ਲੋਕਾਂ ਨੂੰ ਰੁਜ਼ਗਾਰ ਮਿਲੇ, ਲੋਕ ਆਪ ਰੁਜ਼ਗਾਰ ਪੈਦਾ ਕਰਨ ਦੇ ਸਮਰਥ ਹੋ ਸਕਣ। ਸਾਡੇ ਨੌਜਵਾਨ ਬੱਚੇ, ਐਸੀਆਂ ਨੀਤੀਆਂ ਅਸੀਂ ਬਣਾਉਣ ਦੀ ਉਹ ਕੀਤਾ, ਜਿਹਦੇ ਵਿੱਚ ਸਭ ਤੋਂ ਪਹਿਲਾਂ ਵੀ ਅਸੀਂ ਜਿਹੜਾ ਹੈ ਮਿਨੀਮਮ ਵੇਜ ਨੇ ਜਿਹੜੇ ਘੱਟੋ ਘੱਟ ਉਜਰਤ, ਉਹ ਅਸੀਂ ਵਧਾ ਕੇ 9200 ਤੋਂ 15000 ਕਰਨ ਦਾ ਅਸੀਂ ਰੱਖਿਆ ਵੀ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਉਹਨੂੰ ਵਧਾ ਕੇ 15000 ਕਰਾਂਗੇ। ਇਹਦੇ ਨਾਲ ਹੀ ਅਸੀਂ ਜਿਹੜਾ ਗਰੀਬ ਬੰਦੇ ਨੂੰ ਜਿਹੜਾ ਫ੍ਰੀ ਵਾਲੇ ਪਾਸੋਂ ਹਟਾ ਕੇ, ਚਾਹੇ ਉਹਨਾਂ ਨੂੰ ਫਿਰ ਵੀ ਸਰਕਾਰ ਦੀ ਮਦਦ ਦੀ ਲੋੜ ਰਹੇਗੀ, ਜਿਹੜੀਆਂ ਆਟਾ ਦਾਲ ਸਕੀਮਾਂ ਜਾਂ ਹੋਰ ਸਕੀਮਾਂ ਇਹ ਸਾਰੀਆਂ ਪੈਨਸ਼ਨਾਂ ਬਜ਼ੁਰਗਾਂ ਦੀਆਂ ਚੱਲਦੀਆਂ ਰਹਿਣਗੀਆਂ, ਪਰ ਅਸੀਂ ਉਹਨਾਂ ਨੂੰ ਘੱਟੋ ਘੱਟ ਇਸ ਪਾਸੇ ਨੂੰ ਤੋਰਾਂਗੇ ਵੀ ਉਹ ਆਪਦਾ ਖੁਦ ਆਪਦੇ ਪੈਰਾਂ 'ਤੇ ਆਪ ਖੜੇ ਹੋ ਸਕਣ ਆਪਦੀ ਮਿਹਨਤ ਕਰਕੇ। ਇੱਕ ਬੁੱਧੀਜੀਵੀ ਤਬਕੇ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਹਮੇਸ਼ਾ ਬਣੀ ਹੋਈ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਇਸ ਲਈ ਆਇਆ ਸਾਹਮਣੇ ਕਿ ਜਿਹੜੀ ਨਾਰਾਜ਼ ਵੋਟ ਹੈ ਅਕਾਲੀ ਦਲ ਤੋਂ, ਬੇਅਦਬੀ ਦਾ ਬਹੁਤ ਵੱਡਾ ਜਿਹੜਾ ਕਾਂਡ ਵਾਪਰਦਾ, ਉਹਦਾ ਜਿਹੜਾ ਕਲੰਕ ਹੈ ਸ਼ਾਇਦ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਕਦੇ ਧੋ ਪਾਊਗਾ। ਬੁੱਧੀਜੀਵੀ ਤਬਕਾ ਇਹ ਚਰਚਾ ਦੇ ਵਿਸ਼ਾ ਇਹ ਚਰਚਾ ਕਰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਇਸ ਲਈ ਆਇਆ ਹੈ ਕਿ ਅਕਾਲੀ ਦਲ ਤੋਂ ਨਾਰਾਜ਼ ਵੋਟ ਇੱਧਰ ਸਮਝੂਗੀ ਤੇ ਜਿਉਂ ਦੀ ਤਿਉਂ ਅਕਾਲੀ ਦਲ ਸੱਤਾ ਦੇ ਵਿੱਚ ਆ ਜਾਊਗਾ। ਇਹਦੇ ਬਾਰੇ ਕੀ ਕਹੋਗੇ? ਦੇਖੋ ਇਹ ਗੱਲਾਂ ਜੇ ਅਸੀਂ ਸੱਤਾ ਦੇ ਵਿੱਚ ਐਡੀ ਅਕਾਲੀ ਦਲ ਨੂੰ ਲਿਆਉਣ ਬਾਰੇ ਕਰਨ ਦਾ, ਅਸੀਂ ਅਕਾਲੀ ਦਲ ਨੂੰ ਜ਼ਰੂਰ ਛੱਡਦੇ। ਇਹ ਤਾਂ ਸਿਧਾਂਤਕ ਲੜਾਈ ਹੈ ਜਿਹੜੀ ਸਾਡੀ ਲੜਾਈ ਹੈ। ਦੇਖੋ ਔਲਖ ਸਾਹਿਬ ਹੋਰੀ ਸਾਰੇ ਇੱਥੇ ਲੀਡਰਸ਼ਿਪ ਬੈਠੀ ਹੈ, ਇਹ ਅਕਾਲੀ ਦਲ ਤੋਂ ਸਾਡੇ ਇੱਕ ਨਹੀਂ ਸਾਡੀਆਂ 3 ਪੁਸ਼ਤਾਂ, ਮੈਂ ਕਹਿ ਸਕਦਾ ਤੀਜੀ ਚੌਥੀ ਪੁਸ਼ਤ ਹੈ ਮੇਰੀ ਜੋ ਮੈਂ ਚੱਲ ਰਿਹਾ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਸਾਡਾ ਪਰਿਵਾਰ, ਹੋਰ ਵੀ ਸਾਰੇ ਪਰਿਵਾਰ ਜਿਹੜੇ ਇੱਥੇ ਬੈਠੇ ਆ,
ਸੋ ਅਸੀਂ ਵਿਚਾਰਧਾਰਕ ਤੌਰ ਤੇ ਅਸੀਂ ਕੋਈ ਕਿਸੇ ਨੂੰ ਸੱਤਾ ਦਿਵਾਉਣ ਜਾਂ ਕਿਸੇ ਨੂੰ ਹਰਾਉਣ ਵਾਸਤੇ ਨਹੀਂ, ਅਸੀਂ ਤਾਂ ਆਪਦਾ ਉਸ ਵਿਚਾਰਧਾਰਾ ਨੂੰ ਸਥਾਪਿਤ ਕਰਨ ਲਈ ਜਿਹੜੀ ਸਾਡੇ ਬਜ਼ੁਰਗ ਸਾਨੂੰ ਦੇ ਕੇ ਗਏ ਨੇ ਉਹਦੇ ਵਾਸਤੇ ਅਸੀਂ ਕੰਮ ਕਰ ਰਹੇ ਹਾਂ। ਤੇ ਸਾਡੀ ਲੜਾਈ ਵੀ ਇਹੀ ਹੈ ਵੀ ਜਿਹੜੀ ਇੱਕ ਸੋਚ ਸੀ ਜਿਹੜੀ ਹੈ, ਜਿਹੜੇ ਸਾਡੇ ਬਜ਼ੁਰਗ ਸਾਨੂੰ ਦੇ ਕੇ ਗਏ ਨੇ ਸੀਗੇ ਵੀ ਮੈਂ ਮਰਾਂ ਮੇਰਾ ਪੰਥ ਜਿਉਂ, ਉਹ ਦੁਬਾਰੇ ਉਸ ਸੋਚ ਨੂੰ ਅਸੀਂ ਦੁਬਾਰੇ ਉਜਾਗਰ ਕਰਨਾ, ਉਹਨੂੰ ਖੜਾ ਕਰਨਾ ਹੈ। ਬੁਢਲਾਡਾ ਵਿਧਾਨ ਸਭਾ ਦੀ ਹਲਕਾ ਸਾਡੇ ਜਥੇਦਾਰ ਸਾਹਿਬ ਬੋਲ ਕੇ ਹਟੇ ਨੇ ਕਿ ਲੈਣ ਨਹੀਂ ਟੱਪੀ ਸੀਟ ਹਮੇਸ਼ਾ ਉਮੀਦਵਾਰ ਪਰਲੇ ਪਾਸੋਂ ਹੀ ਆਉਂਦੇ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਇਹ ਲੀਡ ਤੋੜੂਗਾ? ਕੋ ਸਾਡੀ ਇੱਕ ਲੀਹ ਅਸੀਂ ਤੋੜਤੀ ਵੀ ਅਸੀਂ ਇਹ ਕਹਿ ਰਹੇ ਹਾਂ ਵੀ ਸਾਡੇ ਜਿਹੜੇ ਹਲਕੇ ਦੇ ਕੈਂਡੀਡੇਟ ਨੇ, ਹਲਕੇ ਦੇ ਵਰਕਰਾਂ ਦੀ ਸਲਾਹ ਨਾਲ ਅਸੀਂ ਬਣਾਵਾਂਗੇ। ਸੋ ਅਸੀਂ ਸਾਰੇ ਹਲਕੇ ਦੀ ਲੀਡਰਸ਼ਿਪ ਨੂੰ ਬੇਨਤੀ ਕੀਤੀ ਹੈ ਵੀ ਤੁਸੀਂ ਸਾਰੇ ਬੈਠ ਕੇ ਆਪਦੀ ਜਿਹਨੂੰ ਵੀ ਚੋਣ ਲੜਾਉਣਾ ਚਾਹੁੰਦੇ ਹੋ ਤੁਸੀਂ ਤੈਅ ਕਰੋ, ਅਸੀਂ ਉਹਨੂੰ ਟਿਕਟ ਦੇਵਾਂਗੇ। ਤੇ ਤਾਂ ਕਿ ਲੋਕ ਜਿਹੜਾ ਹੈ ਜਿਹੜੇ ਜੇ ਪਾਰਟੀ ਦੇ ਵਰਕਰ ਦੀ ਕੈਂਡੀਡੇਟ ਚੁਣਨ ਦੇ ਵਿੱਚ ਕੋਈ ਸਲਾਹ ਮਸ਼ਵਰਾ ਨਹੀਂ ਹੋਏਗਾ ਤਾਂ ਫਿਰ ਉੱਥੇ ਹੀ ਪਾਰਟੀ ਜਿਹੜੀਆਂ ਮਾਰ ਖਾਂਦੀਆਂ। ਸੋ ਅਸੀਂ ਪਾਰਟੀ ਦੀ ਜਿਹੜੇ ਲੋਕਲ ਲੀਡਰਸ਼ਿਪ ਤੇ ਇਸ ਗੱਲ ਨੂੰ ਛੱਡੇ। ਖਜ਼ਾਨਾ ਮੰਤਰੀ ਢਿਡੋਰਾ ਪਿੱਟਦੇ ਰਹੇ ਹਮੇਸ਼ਾ ਕਿ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ। ਤੁਸੀਂ ਵਿੱਤ ਮੰਤਰੀ ਰਹੇ ਹੋ, ਕੀ ਖਜ਼ਾਨਾ ਖਾਲੀ ਹੈ? ਦੇਖੋ, ਸੂਬੇ ਦਾ ਆਰਥਿਕ ਤੌਰ ਤੇ ਬੁਰਾ ਹਾਲ ਹੈ, ਇਸ 'ਚ ਕੋਈ ਦੋ ਰਾਏ ਨਹੀਂ, ਪਰ ਜਿਹੜਾ ਹੈ ਰੋਕ ਕੇ ਰੌਲਾ ਪਾ ਕੇ ਕੋਈ ਹੱਲ ਨਹੀਂ ਹੁੰਦਾ। ਤੁਹਾਨੂੰ ਉਸ ਚੀਜ਼ ਜੇ ਖਜ਼ਾਨਾ ਖਾਲੀ ਹੈ ਤਾਂ ਉਹਦੇ ਲਈ ਸਾਨੂੰ ਉਹ ਜੋ ਜਿਹਦੇ ਕਰਕੇ ਖਾਲੀ ਹੋਇਆ ਉਹ ਚੀਜ਼ਾਂ ਦੇ ਸੁਧਾਰ ਕਰਨ ਦੀ ਲੋੜ ਹੈ। ਸਾਨੂੰ ਜਿਹੜੀ ਚਾਹੇ ਫਜ਼ੂਲ ਖਰਚੀ ਹੈ, ਚਾਹੇ ਸਾਡੇ ਜੋ ਆਮਦਨ ਦੇ ਸਾਧਨ ਨੇ ਜਿੱਥੇ ਚੋਰੀ ਹੋ ਰਹੀ ਹੈ ਉਹ ਰੋਕਣ ਦੀ ਗੱਲ ਹੈ, ਉਹਦਾ ਸੁਧਾਰ ਕਰਨਾ ਚਾਹੀਦਾ ਹੈ। ਆਪਦੇ ਖਰਚੇ ਕੰਟਰੋਲ ਕਰਨੇ ਚਾਹੀਦੇ ਆ, ਤਾਂ ਹੀ ਅਸੀਂ ਜਿਹੜਾ ਹੈ ਪੰਜਾਬ ਦੀ ਆਰਥਿਕਤਾ ਨੂੰ ਸਥਿਰ ਕਰ ਸਕਾਂਗੇ। ਨਹੀਂ ਤਾਂ ਜੇ ਅੱਜ ਮਾੜੀ ਹਾਲ ਹੈ ਕੱਲ੍ਹ ਨੂੰ ਉਸ ਤੋਂ ਮਾੜੀ ਹੋਊਗੀ। ਤੁਸੀਂ ਅੱਜ ਸੈਦੇ ਵਾਲੇ ਬੈਠੇ ਹੋ, ਸਾਡੇ ਇਹ ਪਿੰਡ, ਮੇਰਾ ਪਿੰਡ ਨਾਲ ਮੰਘਾਣੀਆਂ ਹੈ, ਇਹ ਪਿੰਡ ਸਾਡੇ ਹਰਿਆਣੇ ਟੇਲ ਤੇ ਪੈ ਜਾਂਦੇ ਨੇ, ਹਰਿਆਣੇ ਦੀ ਹੱਦ ਤੇ ਪੈ ਜਾਂਦੇ ਨੇ। ਸਾਡੇ ਇਸ ਇਲਾਕੇ ਨੇ ਚੰਗੇ ਖਿਡਾਰੀ ਦਿੱਤੇ ਨੇ, ਸਿੱਖਿਆ ਦੇ ਖੇਤਰ ਵਿੱਚ, ਗਾਇਕੀ ਦੇ ਖੇਤਰ ਵਿੱਚ, ਸਾਹਿਤਕ ਅਜਿਹਾ ਕੋਈ ਖੇਤਰ ਨਹੀਂ ਹੈਗਾ ਵੀ ਇਸ ਖੇਤਰ ਦੇ। ਪਰ ਸਾਡੇ ਲੋਕਾਂ ਨੇ ਚੰਗੇ ਲੀਡਰ ਦਿੱਤੇ, ਪਰ ਲੀਡਰਾਂ ਨੇ ਸਾਡੇ ਇਸ ਏਰੀਆ ਨੂੰ ਹਮੇਸ਼ਾ ਬੈਕਵਰਡ ਦਾ ਲੋਗੋ ਅੱਜ ਤੱਕ ਵੀ ਲਾ ਨਹੀਂ ਸਕੇ ਹੈਗੇ। ਬੁਢਲਾਡੇ ਨੂੰ ਸੁੰਦਰ ਸਿਟੀ ਕਹਿਤਾ, ਪਰ ਤੁਸੀਂ ਬੁਢਲਾਡੇ ਵਿੱਚ ਦੀ ਅੱਜ ਜਾ ਕੇ ਅੱਧਾ ਘੰਟਾ ਗੇੜਾ ਮਾਰ ਕੇ ਦੇਖੋ ਕਿ ਸੁੰਦਰ ਸਿਟੀ ਬਣ ਗਿਆ ਉਹ। ਦੇਖੋ, ਮੈਂ ਤਾਂ ਆਪ ਇਸ ਗੱਲ ਕਰਕੇ ਉਹ ਕਰਦੇ ਵੀ ਜਿਹੜੀਆਂ ਗੱਲਾਂ ਲੋਕਾਂ ਨੂੰ ਪ੍ਰੋਮਿਸ ਕੀਤੀਆਂ ਗਈਆਂ, ਵਾਅਦੇ ਕੀਤੇ ਗਏ, ਉਹ ਨਹੀਂ ਪੂਰੇ ਹੋਏ, ਤਾਂ ਹੀ ਅੱਜ ਲੋਕਾਂ 'ਚ ਨਿਰਾਸ਼ਤਾ ਹੈ। ਕਿਉਂ ਲੋਕ ਕਾਂਗਰਸ ਤੋਂ ਦੁਖੀ ਨੇ, ਕਿਉਂ ਬਾਦਲ ਦਲ ਤੋਂ ਦੁਖੀ ਨੇ? ਕਿਉਂਕਿ ਲੰਬਾ ਸਮਾਂ ਰਾਜ ਤੋਂ ਬਾਅਦ ਵੀ ਉਹ ਭਾਵਨਾਵਾਂ ਲੋਕਾਂ ਦੀਆਂ ਨਹੀਂ ਪੂਰੀਆਂ ਕਰ ਸਕੇ। ਤੇ ਚਲੋ ਇਹ ਵਿਕਾਸ ਵਾਲੀਆਂ ਚੀਜ਼ਾਂ ਤਾਂ ਫਿਰ ਵੀ ਮੈਂ ਕਿਤੇ ਨਾ ਕਿਤੇ ਕਰ ਸਕਦਾ ਵੀ ਸਰਕਾਰ ਦੀਆਂ ਆਰਥਿਕ ਮਜਬੂਰੀਆਂ, ਹੋਰ ਚੀਜ਼ਾਂ ਹੋ ਸਕਦੀਆਂ ਵੀ ਵਿਕਾਸ ਜਿਹੜੀਆਂ ਆਸ ਮੁਤਾਬਕ ਨਹੀਂ ਹੋ ਸਕੇ, ਪਰ ਜਿਹੜੀਆਂ ਸਾਡੀਆਂ ਸਿਸਟਮ ਦੇ ਵਿੱਚ ਊਣਤਾਈਆਂ ਨੇ, ਜਿਹੜੀਆਂ ਸਾਡੀਆਂ ਜੋ ਬੇਸਿਕ ਡੈਫੀਸ਼ੀਐਂਸੀਜ਼ ਨੇ, ਉਹਨਾਂ ਨੂੰ ਤਾਂ ਅਸੀਂ ਦੂਰ ਕਰ ਸਕਦੇ ਹਾਂ। ਉਹ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਸੋ ਉਹ ਵੀ ਅਸੀਂ ਨਹੀਂ ਕਰ ਸਕੇ, ਤਾਂ ਹੀ ਲੋਕਾਂ 'ਚ ਨਿਰਾਸ਼ਤਾ ਹੈਗੀ ਹੈ। ਸੋ ਇਹ ਗੱਲ ਤੁਸੀਂ ਤਾਂ ਜਿਹੜਾ ਹੈ ਬਠਿੰਡੇ ਪਾਰਲੀਮੈਂਟ ਹਲਕੇ ਦਾ ਹਿੱਸਾ ਹੋ, ਜਿਹਨੂੰ ਬੀਬੀ ਹਰਸਿਮਰਤ ਕੌਰ ਬਾਦਲ ਤਕਰੀਬਨ 3 ਵਾਰੀ ਰਿਪਰੈਜ਼ੈਂਟ ਕਰ ਚੁੱਕੇ ਹੈ ਤੇ ਅੱਜ ਵੀ ਕਰ ਰਹੇ ਹੈ। ਤੇ ਉਹਨਾਂ ਦੇ ਵਿੱਚ ਇਹ ਹਾਲ ਹੈ ਤਾਂ ਬਾਕੀ ਪੰਜਾਬ ਦਾ ਤੁਸੀਂ ਖੁਦ ਹੀ ਅੰਦਾਜ਼ਾ ਲਾ ਲਓ ਕੀ ਹਾਲ ਹੋਊਗਾ। ਪਰਵਿੰਦਰ ਜੀ, ਜਦੋਂ ਤੁਹਾਡੀ ਸਰਕਾਰ ਸੀ, 10 ਸਾਲ ਤੁਸੀਂ ਰਾਜ ਕੀਤਾ ਗਾ, ਉਹਨਾਂ ਦਿਨਾਂ ਦੇ ਵਿੱਚ ਵੀ ਸ਼ਰੇਆਮ ਬੇਰੁਜ਼ਗਾਰਾਂ ਨੂੰ, ਖਾਸ ਕਰਕੇ ETT BEd ਹਮੇਸ਼ਾ ਸੰਘਰਸ਼ੀਲ ਰਹੇ ਨੇ, ਉਦੋਂ ਵੀ ਡਾਂਗਾ ਪੈਂਦੀਆਂ ਰਹੀਆਂ ਨੇ। ਤੇ ਅੱਜ ਪਿਛਲੀ 10 ਦਸੰਬਰ ਨੂੰ ਚੰਨੀ ਦੀ ਅਗਵਾਈ ਹੇਠ ਰੈਲੀ ਹੋ ਰਹੀ ਸੀ ਕਾਂਗਰਸ ਦੀ, ਤੇ ਸ਼ਰੇਆਮ ਸਿਕਿਉਰਿਟੀ ਦੇ ਵਿੱਚ ਤਾਇਨਾਤ DSP ਵੱਲੋਂ ਇੰਨਾ ਅਣਮਨੁੱਖੀ ਤਸ਼ੱਦਦ ਢਾਇਆ ਗਿਆ, ਉਹਦੇ ਬਾਰੇ ਕੀ ਕਹੋਗੇ? ਦੇਖੋ, ਜਿਹੜੇ ਵੀ ਲੋਕ ਕਰਦੇ ਨੇ ਉਹ ਇੱਕ ਮਾੜੀ ਗੱਲ ਹੈ, ਮਾੜੀ ਸੋਚ ਹੈ। ਸਾਨੂੰ ਇਹਨਾਂ ਬੱਚਿਆਂ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਹੈ। ਜੋ ਕੋਈ ਸਰਕਾਰ ਦੀਆਂ ਜੇ ਮਜਬੂਰੀਆਂ ਹੈਗੀਆਂ ਉਹਨਾਂ ਨੂੰ ਦੱਸੋ, ਤੇ ਜੋ ਅਸੀਂ ਕਰ ਸਕਦੇ ਹਾਂ ਉਹ ਕਰਨਾ ਚਾਹੀਦਾ। ਤੇ ਇਹ ਜਿਹੜਾ ਤਸ਼ੱਦਦ ਤਾਂ ਬਹੁਤ ਮਾੜੀ ਗੱਲ ਹੈ। ਅਸੀਂ ਤਾਂ ਕਹਿੰਦੇ ਵੀ ਸਰਕਾਰ ਨੂੰ ਇਸ ਗੱਲ ਦੀ ਮਾਫੀ ਮੰਗਣੀ ਚਾਹੀਦੀ ਹੈ ਤੇ ਜਿਹੜੇ ਅਫਸਰ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਆਖਰੀ ਸਵਾਲ, ਦਿੜਬੇ ਤੋਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਲਜ਼ਾਰੀ ਮੂਨਕਾ ਹੈ, ਦੂਸਰੇ ਪਾਸੇ ਕਬੱਡੀ ਪਲੇਅਰ ਤੁਸੀਂ ਸੋਮਾ ਘਰਾਚੋਂ ਲੈ ਕੇ ਆਂਦਾ। ਅਸੀਂ ਇਹ ਉਮੀਦ ਕਰ ਸਕਦੇ ਹਾਂ ਬੁਢਲਾਡਾ ਤੋਂ ਇੱਕ ਆਮ ਘਰ ਦਾ ਧੀ ਪੁੱਤ ਤੁਹਾਡੀ ਪਾਰਟੀ ਵੱਲੋਂ ਚੋਣ ਲੜੇਗਾ? ਬਿਲਕੁਲ, ਇਹ ਮੈਂ ਤੁਹਾਨੂੰ ਵਿਸ਼ਵਾਸ ਨਾਲ, ਦਾਅਵੇ ਨਾਲ ਕਹਿਣਾ ਕਿ ਬਿਲਕੁਲ ਜਿਹੜੇ ਪੰਥਕ ਪਰਿਵਾਰ ਨੇ, ਚੰਗੀ ਸੋਚ ਵਾਲੇ ਪਰਿਵਾਰ ਨੇ, ਚੰਗੀ ਸੇਵਾ ਭਾਵ ਨਾਲ ਜਿਹੜੇ ਲੋਕ ਜੁੜੇ ਹੋਏ ਨੇ,
ਉਹਨਾਂ ਦੇ ਵਿੱਚੋਂ ਤੇ ਜਿਹੜੀ ਸਾਡੀ ਲੋਕਲ ਪਾਰਟੀ ਦੀ ਲੀਡਰਸ਼ਿਪ ਦੀ ਸਿਫਾਰਿਸ਼ ਤੇ ਹੀ ਜਿਹੜਾ ਕੈਂਡੀਡੇਟ ਉਹ ਦਿੱਤਾ ਜਾਊਗਾ। ਕੋਈ ਵੀ ਲੀਡਰ ਸਾਡੀ ਹਾਈ ਕਮਾਂਡ ਵੱਲੋਂ ਉੱਤੋਂ ਨਹੀਂ ਥੋਪਿਆ ਜਾਊਗਾ। ਇਹ ਚੀਜ਼ ਦਾ ਮੈਂ ਤੁਹਾਨੂੰ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ, ਕਿਉਂਕਿ ਸਾਡੀ ਪਾਰਟੀ ਦੇ ਵਿੱਚ ਜਿਹੜੇ ਵੀ ਤੁਸੀਂ ਲੀਡਰ ਦੇਖ ਰਹੇ ਹੋ ਸਾਰੇ ਜ਼ਮੀਨੀ ਪੱਧਰ ਤੋਂ ਉੱਠੇ ਹੋਏ ਨੇ। ਕੋਈ ਵੱਡਾ ਸ਼ਾਹੂਕਾਰ ਨਹੀਂ ਹੈ, ਕੋਈ ਵੱਡਾ ਅਮੀਰ ਨਹੀਂ ਹੈ, ਉਹ ਸਾਰੇ ਹੀ ਸਮਾਜ ਸੇਵੀ ਦਿਲੋਂ ਜਿਹੜਾ ਹੈ ਲੋਕਾਂ ਦੀ ਸੇਵਾ ਨਾਲ ਜੁੜੇ ਹੋਏ ਨੇ। ਤੇ ਉਹਨਾਂ ਚੋਂ ਹੀ ਅਸੀਂ ਚਾਹੁੰਦੇ ਹਾਂ ਵੀ ਜੇ ਉਹ ਉਹਨਾਂ ਨੂੰ ਨੁਮਾਇੰਦਗੀ ਮਿਲੇਗੀ ਤਾਂ ਹੀ ਸਾਡੇ ਸਮਾਜ ਦਾ, ਸਾਡੇ ਦੇਸ਼ ਦਾ ਭਲਾ ਹੋ ਸਕਦਾ। ਤੁਸੀਂ ਪਰਮਿੰਦਰ ਸਿੰਘ ਢੀਂਡਸਾ ਨੂੰ ਸੁਣਿਆ, ਬਹੁਤ ਜਲਦ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਕੋਈ ਨਾ ਕੋਈ ਉਮੀਦਵਾਰ ਜੋ ਕਿ ਆਮ ਘਰ ਦਾ ਧੀ ਪੁੱਤ ਹੋਣ ਦਾ ਦਾਅਵਾ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲੇਗਾ। ਸੋ ਬਣੇ ਰਹੋ ਸਰਲੇਖ ਦੇ ਨਾਲ, ਸੁੱਖੀ ਮੰਘਾਣੀਆਂ ਦੇ ਨਾਲ। ਵੀਡੀਓ ਜਰਨਲਿਸਟ ਹਰਵਿੰਦਰ ਅਲੀ ਸ਼ੇਰ। ਸਾਰੇ ਜਿੰਨੀ ਲੀਡਰਸ਼ਿਪ ਪਹੁੰਚੀ ਹੈ, ਸਰਦਾਰ ਪਰਮਿੰਦਰ ਸਿੰਘ ਢੀਂਡਸਾ ਜੋ ਸਾਬਕਾ ਖਜ਼ਾਨਾ ਮੰਤਰੀ ਸਾਹਿਬ ਨੇ ਉਹਨਾਂ ਦਾ, ਤੇ ਉਹਨਾਂ ਦੇ ਨਾਲ ਜਿਹੜੀ ਲੀਡਰਸ਼ਿਪ ਆਈ ਹੈ ਸਰਦਾਰ ਸੁਖਵਿੰਦਰ ਸਿੰਘ ਜੀ ਔਲਖ, ਮਨਜੀਤ ਸਿੰਘ ਜੀ ਬੱਪੀਆਣਾ ਸਾਹਿਬ, ਜਿਵੇਂ ਝਨੀਰ ਸੇਵਕ, ਹੋਰ ਵੀ ਬਹੁਤ ਹੈ, ਮੈਂ ਸਾਰਿਆਂ ਦੇ ਨਾਂ ਨਹੀਂ ਜਾਣ ਸਕਦਾ। ਬੇਨਤੀ ਕਰਦਾ, ਬਾਬਾ ਨੀਵੇਂ ਸ਼ਾਹ ਪੀਰ ਦੀ ਦਰਗਾਹ ਤੇ ਖੜੇ ਆ। ਮੈਂ ਇਹ ਦਰਗਾਹ ਹੈ ਜਿਹੜੀ ਆਪਣੀ, ਇਹ ਦਰਗਾਹ ਦੇ ਉੱਤੇ ਸਾਰਾ ਪਿੰਡ ਹੀ ਤਕਰੀਬਨ ਸਤਿਕਾਰ ਕਰਦਾ ਇਸ ਦਰਗਾਹ ਦਾ ਜੀ। ਬਹੁਤ ਪਹੁੰਚੇ ਹੋਏ ਫਕੀਰ ਨੇ ਸਾਡੇ, ਇਹ ਵੀ ਬਹੁਤ ਹੀ ਇੱਥੇ ਮੇਲੇ ਲੱਗ ਚੁੱਕੇ ਨੇ। ਵੀ ਮੇਰਾ ਖਿਆਲ ਵੀ ਪੰਜਾਬ ਦੇ ਜਿੰਨੇ ਵੀ ਗਾਇਕ ਨਾਮਵਰ ਗਾਇਕ ਇੱਥੇ ਗਾ ਕੇ ਗਏ ਨੇ, ਤੇ ਬਹੁਤ ਵੱਡੀਆਂ ਵੱਡੀਆਂ ਮੰਗਾਂ ਵੀ ਪੂਰੀਆਂ ਹੋਈਆਂ। ਤੇ ਮੈਂ ਬਾਬਾ ਨੀਵੇਂ ਸ਼ਾਹ ਪੀਰ ਦੀ ਦਰਗਾਹ ਦੀ ਕਿਰਪਾ ਨਾਲ ਹੀ ਸਰਪੰਚ ਬਣਿਆ ਹੋਇਆ, ਇਹਦੀ ਸੇਵਾ ਕੀਤੀ ਹੈ। ਕਿਉਂ ਕਹਿੰਦੇ ਕਿ ਜਿਹਦੀ ਕਿ ਖਾਈਏ ਬਾਜਰੀ ਉਸੇ ਦੀ ਭਰੀਏ ਹਾਜ਼ਰੀ, ਪਰ ਮੈਂ ਇਹਦੀ ਬਾਜਰੀ ਖਾਨਾ ਤੇ ਇਸੇ ਦੀ ਹਾਜ਼ਰੀ ਭਰਦਾ। ਜੋ ਇਕੱਠ ਮਿਲਿਆ, ਜੋ ਮੈਂ ਪਿੰਡ ਦਾ ਸਰਪੰਚ ਬਣਿਆ, ਇਹਦੀ ਰਹਿਮਤ ਨਾਲ ਹੀ ਬਣਿਆ। ਵੱਖ-ਵੱਖ ਤਰ੍ਹਾਂ ਦੇ ਗਾਇਕ, ਬੜੇ ਮਸ਼ਹੂਰ ਗਾਇਕ ਇੱਥੇ ਜਿਹੜੇ ਚੜੇ ਨੇ, ਸਾਰੇ ਇੱਥੇ ਇੱਕ ਵਾਰੀ ਹਾਜ਼ਰੀ ਲਾ ਕੇ ਗਏ ਨੇ ਦਰਬਾਰ 'ਚ। ਮੈਂ ਬੇਨਤੀ ਕਰਦਾ ਪ੍ਰੈਸ ਵਾਲਿਆਂ ਦਾ, ਜੋ ਮੀਡੀਆ ਦਾ, ਪੱਤਰਕਾਰ ਦਾ, ਜਿੰਨੇ ਵੀ ਧੰਨਵਾਦ ਕਰਦਾ, ਜਿੰਨੇ ਵੀ ਪਹੁੰਚੇ ਨੇ ਇੱਥੇ, ਜਾਂ ਪੁਲਿਸ ਪ੍ਰਸ਼ਾਸਨ ਪਹੁੰਚਿਆ ਉਹਨਾਂ ਦਾ ਵੀ ਧੰਨਵਾਦ ਕਰਦਾ। ਪਿੰਡ ਦੀ ਸੰਗਤ ਦਾ, ਨਗਰ ਦਾ, ਜੋ ਵੀ ਦੂਰੋਂ ਦੂਰੋਂ ਚੱਲ ਕੇ ਆਏ ਨੇ, ਸਾਡੇ ਪਟਵਾਰੀ ਸਾਹਿਬ, ਕਾਨਗੜ੍ਹ ਜੀ, ਮੈਂ ਬਹੁਤਾ ਕੁਝ ਨਹੀਂ ਕਹਿੰਦਾ, ਪਰ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਮੇਰਾ ਖਿਆਲ ਵੀ ਜਿੰਨੇ ਵੀ ਇੱਥੇ ਸਾਡੇ MLA ਬਣੇ ਨੇ, ਕਿਸੇ ਨੇ 5 ਕਿਲੋ ਖੰਡ ਨਹੀਂ ਦਿੱਤੀ ਹੋਣੀ। ਮੈਂ 20 ਵਿਆਹ ਕਰਦਾ ਰਿਹਾ, 20 ਵਿਆਹ ਕਰਦਾ ਰਿਹਾ, ਟੂਰਨਾਮੈਂਟ ਕਬੱਡੀ ਕੱਪ ਵੀ ਕਰਾਉਂਦਾ ਰਿਹਾ, ਜਿੰਨਾ ਵੀ ਪੁੰਨਦਾਨ ਦੀ ਡੇਰੇ ਦਾ ਸਾਰਾ ਲਾਉਂਦਾ ਰਿਹਾ। ਸਾਡੇ ਸਮਾਜ ਸਾਹਿਬ ਇੱਥੇ MLA ਸੀ, ਬੋਲ ਜਾਂਦੇ ਸੀ, ਕਰਦੇ ਕੁਛ ਨਹੀਂ ਸੀ। ਨਹੀਂ ਜੀ, ਮੈਂ ਕਹੂੰਗਾ ਜਿਹੜੀ ਗੱਲ ਕਹਿਣ ਵਾਲੀ ਹੈ, ਪਰ ਗੱਲ ਕੀ ਹੈ ਪਤਾ, ਬਹੁਤ ਭੱਜੇ, ਗੱਡੀਆਂ ਭਜਾਈਆਂ, ਬੀਬਾ ਜੀ ਆਏ, ਲੰਗਰ ਵੀ ਲਾਏ, ਗੱਡੀਆਂ ਤੜਾਈਆਂ, ਭੱਜੇ, ਬਹੁਤ ਕੁਛ ਕੀਤਾ। 3 ਰੁਪਈਆਂ ਦਾ ਕੰਮ ਨਹੀਂ ਕੀਤਾ ਸਾਡੇ 'ਚ 3 ਸਮੂਹ ਨੇ। ਮੈਨੂੰ ਪਿੰਡ ਦੇ ਲੋਕ ਕਹਿੰਦੇ ਨੇ ਕਿ ਤੇਰੀ ਸਮੂਹ ਮਲਕੀਤ ਨਾਲ ਫੇਰ ਫੋਟੋ ਤੈਨੂੰ ਵੀ ਭਜਾਵਾਂਗੇ। ਮੈਂ ਕਿਹਾ ਵੀ ਮੈਂ ਨਹੀਂ ਫੋਟੋ ਖਿਚਾਈ, ਇਹ ਤਾਂ ਮੈਨੂੰ ਪਤਾ ਨਹੀਂ ਵੀ ਸਾਡੀ ਲੀਡਰਸ਼ਿਪ ਨਾਲ ਆ ਰਿਹਾ, ਮੈਂ ਨਹੀਂ ਉਹਦੇ ਨਾਲ ਫੋਟੋ ਖਿਚਾਈ। ਕਹਿੰਦੀ ਫਿਰ ਕਹਿੰਦੇ ਜੇ ਸਮੂਹ ਨਾਲ ਤੂੰ ਆ ਗਿਆ ਤਾਂ ਤੂੰ ਵੀ ਜੋੜਿਆ ਆਪਦੇ ਘਰੇ ਚੱਕ ਕੇ ਲਿਜਾਏਗਾ। ਸਾਰੀ ਸੰਗਤ ਤੋਂ ਬਸ ਮੈਂ ਬਾਹਲੀ ਗੱਲ ਨਹੀਂ ਕਰਦਾ, ਮਾਫੀ ਚਾਹੁੰਦਾ। ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ।